हाँ जी प्यारे विद्यार्थियों, ਤੁਹਾਡਾ ਸਵਾਗਤ ਹੈ ਮੇਰੇ ਚੈਨਲ ਐਜੂਕੇਸ਼ਨ ਸਿੰਪਲੀਫਾਈਡ ਬਾਈ OCDC ਦੇ ਉੱਪਰ। ਸੋ ਇਹ ਵੀਡੀਓ ਹੈ ਉਹਨਾਂ ਵਿਦਿਆਰਥੀਆਂ ਦੇ ਲਈ ਜਿਹੜੇ GNM 250 ਪੋਸਟਾਂ ਵਾਸਤੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਜਾਂ ਫਿਰ MPHW ENM ਜਿਹੜੀਆਂ 900 ਤੋਂ ਉੱਪਰ ਪੋਸਟਾਂ ਨੇ ਉਹਨਾਂ ਦੀ ਤਿਆਰੀ ਕਰ ਰਹੇ ਨੇ। ਤਾਂ ਇਸ ਵੀਡੀਓ ਵਿੱਚ ਆਪਣਾ ਟੌਪਿਕ ਰਹੇਗਾ ਨਰਸਿੰਗ ਐਥਿਕਸ, ਨਰਸਿੰਗ ਦੇ ਸਿਧਾਂਤ ਕੀ ਹੁੰਦੇ ਨੇ। ਅਤੇ ਕੰਪਲੀਟ ਸਟੱਡੀ ਮਟੀਰੀਅਲ ਜੋ ਬਹੁਤ ਹੀ ਜ਼ਿਆਦਾ ਗੁਣਵੱਤਾ ਵਾਲਾ ਹੈ ਉਹ ਮੇਰੇ ਐਪ OCDC ਐਜੂ ਪੁਆਇੰਟ ਦੇ ਉੱਪਰ ਉਪਲਬਧ ਹੈ। ਜ਼ਿਆਦਾ ਜਾਣਕਾਰੀ ਲਈ ਤੁਸੀਂ 9876 71788 ਸੰਪਰਕ ਕਰ ਸਕਦੇ ਹੋ ਅਤੇ ਵਾਜਿਬ ਫੀਸ ਦੇ ਵਿੱਚ ਇਹ ਕੋਰਸ ਮੇਰੇ ਐਪ ਦੇ ਉੱਪਰ ਪਰਚੇਜ਼ ਕਰ ਸਕਦੇ ਹੋ। ਤਾਂ ਇਸ ਵੀਡੀਓ ਦਾ ਪਹਿਲਾ ਕੁਐਸਚਨ ਆਪਾਂ ਸ਼ੁਰੂ ਕਰਨ ਲੱਗੇ ਹਾਂ। ਸੋ ਆਪਣਾ ਪਹਿਲਾ ਕੁਐਸਚਨ ਹੈਗਾ, ਵਿਚ ਐਥੀਕਲ ਪ੍ਰਿੰਸੀਪਲ ਗਾਈਡ ਦਾ ਨਰਸ ਟੂ ਡੂ ਨੋ ਹਾਰਮ ਐਂਡ provide care in the way that benefit the patient while respecting their autonomy। ਮਤਲਬ ਕਿਹੜਾ ਅਜਿਹਾ ਨੈਤਿਕ ਸਿਧਾਂਤ ਹੈ ਜੋ ਨਰਸਾਂ ਨੂੰ ਆਪਣੀ ਖੁਦ ਮੁਖਤਿਆਰੀ ਦਾ ਆਦਰ ਕਰਦੇ ਹੋਏ ਕੋਈ ਨੁਕਸਾਨ ਨਾ ਕਰਨ ਅਤੇ ਅਜਿਹੇ ਤਰੀਕੇ ਨਾਲ ਦੇਖਭਾਲ ਪ੍ਰਦਾਨ ਕਰਨ ਦੀ ਮਾਰਗਦਰਸ਼ਨ ਕਰਦਾ ਹੈ ਜੋ ਮਰੀਜ਼ ਨੂੰ ਲਾਭ ਪਹੁੰਚਾਉਂਦਾ ਹੈ। ਤਾਂ ਇਸ ਦਾ ਆਨਸਰ ਆਏਗਾ ਆਪਸ਼ਨ ਬੀ, ਨੌਨ ਮਾਲਫੀਸੈਂਸ, ਮਤਲਬ ਗੈਰ ਕੁਦਰਤੀ। ਮਤਲਬ ਇਸ ਦਾ ਜਿਹੜਾ ਮੇਨ ਕੁਐਸਚਨ ਕੀ ਹੈ, ਇਹ ਬੇਸਿਕਲੀ ਪੁੱਛਿਆ ਗਿਆ ਹੈ ਕਿ ਨਰਸ ਨੂੰ ਆਪਣੀ ਜਿਹੜਾ ਸੈਲਫ ਸਟੀਮ ਹੁੰਦਾ, ਖੁਦ ਮੁਖਤਿਆਰੀ ਹੁੰਦੀ, ਆਟੋਨੋਮੀ ਹੁੰਦੀ ਹੈ, ਉਹਦਾ ਆਦਰ ਕਰਦੇ ਹੋਏ ਕੋਈ ਵੀ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਜਿਸ ਵਿੱਚ ਮਰੀਜ਼ ਦਾ ਨੁਕਸਾਨ ਹੋਵੇ। ਠੀਕ ਹੈ, ਮਰੀਜ਼ ਦਾ ਹਮੇਸ਼ਾ ਭਲਾ ਹੀ ਕਰਨਾ ਹੁੰਦਾ ਹੈ। ਸੋ ਇਹ ਪਹਿਲਾ ਸਿਧਾਂਤ ਹੈ ਜਿਸ ਨੂੰ ਕਿਹਾ ਜਾਂਦਾ ਨੌਨ ਮਾਲਫੀਸੈਂਸ ਔਰ ਗੈਰ ਕੁਦਰਤੀ। ਹੁਣ ਆਪਾਂ ਚੱਲਦੇ ਹਾਂ ਕੁਐਸਚਨ ਨੰਬਰ 2 ਦੇ ਉੱਪਰ। ਬਹੁਤ ਹੀ ਇੰਪੋਰਟੈਂਟ ਕੁਐਸਚਨ ਨੇ, ਐਗਜ਼ਾਮ 'ਚ ਬਹੁਤ ਜ਼ਿਆਦਾ ਪੁੱਛੇ ਜਾਣ ਦੀ ਪ੍ਰੋਬੇਬਿਲਿਟੀ ਹੈ। ਅ ਨਰਸ ਇਜ਼ ਸ਼ੋਰਟ ਫॉर ਨੈਗਲੀਜੈਂਸ, ਵਟ ਐਲੀਮੈਂਟ ਮਸਟ ਬੀ ਪ੍ਰੂਵਨ ਟੂ ਐਸਟੈਬਲਿਸ਼ ਨੈਗਲੀਜੈਂਸ ਇਨ ਲਾਸੂਟ। ਇਹਦਾ ਮਤਲਬ ਕੀ ਹੋਇਆ ਵੀ ਕਿਸੇ ਨਰਸ ਦੇ ਉੱਪਰ ਕੋਈ ਦੋਸ਼ ਲੱਗਿਆ ਹੈ, ਠੀਕ ਹੈ, ਤਾਂ ਅਜਿਹਾ ਕਿਹੜਾ ਐਲੀਮੈਂਟ ਹੈ ਜੋ ਪ੍ਰੂਵ ਕਰਦਾ ਹੋਵੇ ਕਿ ਜਿਹੜੀ ਨਰਸ ਹੈ ਉਹ ਦੋਸ਼ੀ ਹੈ ਜਾਂ ਨਹੀਂ ਹੈ, ਉਹਦੇ ਉੱਪਰ ਕਾਨੂੰਨੀ ਕਾਰਵਾਈ ਬਣਦੀ ਹੈ ਜਾਂ ਨਹੀਂ ਬਣਦੀ ਹੈ। ਤਾਂ ਆਪਸ਼ਨ ਸੀ ਇਸ ਦਾ ਆਨਸਰ ਆਏਗਾ, ਬ੍ਰੀਚ ਆਫ ਡਿਊਟੀ, ਜਿਸ ਨੂੰ ਕਿਹਾ ਜਾਂਦਾ ਡਿਊਟੀ ਦੀ ਉਲੰਘਣਾ। ਠੀਕ ਹੈ ਜੀ, ਜੇ ਉਸਨੇ ਡਿਊਟੀ ਦੀ ਉਲੰਘਣਾ ਕੀਤੀ ਹੈ ਤਾਂ ਉਸ ਦੇ ਉੱਪਰ ਕਾਰਵਾਈ ਹੋਵੇਗੀ, ਤਾਂ ਨਹੀਂ ਹੋਵੇਗੀ। ਕੁਐਸਚਨ ਨੰਬਰ 3 ਹੈ, ਵਾਟ ਇਜ਼ ਦਾ ਸਿਗਨੀਫਿਕੈਂਟ ਚੈਲੰਜ ਇਨ ਦਾ ਨਰਸਿੰਗ ਐਸੋਸੀਏਟਡ ਵਿਦ ਏਜਿੰਗ ਪਾਪੂਲੇਸ਼ਨ। ਵੀ ਜਿਸ ਤਰ੍ਹਾਂ ਅੱਜ ਕੱਲ੍ਹ ਏਜਿੰਗ ਪਾਪੂਲੇਸ਼ਨ ਵੱਧ ਰਹੀ ਹੈ, ਮਤਲਬ ਲਾਈਕ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਗਿਣਤੀ ਵੱਧ ਰਹੀ ਹੈ, ਤਾਂ ਉਹਦੇ ਵਿੱਚ ਸਿਗਨੀਫਿਕੈਂਟ ਚੈਲੰਜ ਕੀ ਹੈ ਨਰਸ ਦੇ ਅੱਗੇ। ਤਾਂ ਇਸ ਦਾ ਆਨਸਰ ਆਏਗਾ ਆਪਸ਼ਨ ਏ, ਇਨਕਰੀਜ਼ਡ ਡਿਮਾਂਡ ਫॉर ਹੈਲਥ ਕੇਅਰ ਸਰਵਿਸ, ਕਿ ਦਿਨੋਂ ਦਿਨ ਹੈਲਥ ਕੇਅਰ ਸਰਵਿਸ ਯਾਨੀ ਕਿ ਸਿਹਤ ਸੇਵਾਵਾਂ ਦੀ ਜਿਹੜੀ ਡਿਮਾਂਡ ਹੈ, ਮੰਗ ਹੈ, ਉਹ ਵੱਧ ਰਹੀ ਹੈ। ਇਸ ਕਰਕੇ ਨਰਸ ਦੇ ਉੱਪਰ ਜ਼ਿਆਦਾ ਕੰਮ ਦਾ ਬੋਝ ਪੈ ਰਿਹਾ ਹੈ। ਤਾਂ ਇਸ ਨੂੰ ਆਪਾਂ ਕਹਿੰਦੇ ਹਾਂ ਚੈਲੰਜ ਇਨ ਨਰਸਿੰਗ ਐਸੋਸੀਏਟ ਵਿਦ ਏਜਿੰਗ ਪਾਪੂਲੇਸ਼ਨ। Question number 4, which ethical principle is concerned with being truthful and honest with patient and colleagues। ਕਿਹੜਾ ਨੈਤਿਕ ਸਿਧਾਂਤ ਹੈ ਜੋ ਮਰੀਜ਼ਾਂ ਅਤੇ ਸਹਿਕਰਮੀਆਂ ਨਾਲ ਸੱਚੇ ਅਤੇ ਇਮਾਨਦਾਰ ਹੋਣ ਨਾਲ ਸੰਬੰਧਿਤ ਹੈ। ਤਾਂ ਇਸ ਨੂੰ ਕਿਹਾ ਜਾਂਦਾ ਹੈ ਵਿਰਾਸਿਟੀ, VERACITY। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ, ਤੇ ਵਿਰਾਸਿਟੀ ਦਾ ਮਤਲਬ ਹੁੰਦਾ ਹੈ ਸੱਚਾਈ। ਕੁਐਸਚਨ ਨੰਬਰ 5, what legal document allow a competent individual to specify the medical treatment they wish to receive in case they become unable to communicate with preferences। ਮਤਲਬ ਜਦੋਂ ਕੋਈ ਸਮਰੱਥ ਵਿਅਕਤੀ ਜੋ ਇਹ ਸਪੈਸੀਫਾਈ ਕਰਦਾ ਹੋਵੇ ਕਿ ਉਸ ਨੂੰ ਮੈਡੀਕਲ ਟਰੀਟਮੈਂਟ ਚਾਹੀਦਾ ਹੈ ਅਤੇ ਉਹ ਮੈਡੀਕਲ ਜਿਹੜਾ ਟਰੀਟਮੈਂਟ ਉਹ ਲੈਣਾ ਚਾਹੁੰਦਾ ਹੈ, ਪਰ ਉਸ ਹਾਲਾਤ ਵਿੱਚ ਉਹ ਸੰਚਾਰ ਕਰਨ ਦੇ ਵਿੱਚ ਅਸਮਰਥ ਹੁੰਦਾ ਹੈ ਆਪਣੀਆਂ ਪ੍ਰੈਫਰੈਂਸਿਸ ਨੂੰ ਲੈ ਕੇ, ਤਾਂ ਅਜਿਹਾ ਕਿਹੜਾ ਡਾਕੂਮੈਂਟ ਹੈ ਜੋ ਉਸ ਨੂੰ ਅਜਿਹਾ ਕਰਨ ਦੀ ਆਗਿਆ ਦਿੰਦਾ ਹੈ। ਤਾਂ ਆਨਸਰ ਆਏਗਾ ਆਪਸ਼ਨ ਬੀ, ਲਿਵਿੰਗ ਵਿਲ, ਯਾਨੀ ਕਿ ਜਿੰਦਾ ਰਹਿਣ ਦੀ ਇੱਛਾ। ਮਤਲਬ ਬੇਸਿਕਲੀ ਇਸ ਕੁਐਸਚਨ 'ਚ ਇਹ ਪੁੱਛਿਆ ਗਿਆ ਕਿ ਕੋਈ ਵਿਅਕਤੀ ਜਿਹੜਾ ਹੈਗਾ ਉਹ ਆਪਣੀਆਂ ਕਮਿਊਨੀਕੇਸ਼ਨ ਕਰਨ ਦੇ ਵਿੱਚ ਅਸਮਰਥ ਹੋ ਚੁੱਕਿਆ ਹੈ, ਠੀਕ ਹੈ, ਬਟ ਉਹ ਮੈਡੀਕਲ ਟਰੀਟਮੈਂਟ ਲੈਣਾ ਚਾਹੁੰਦਾ ਹੈ, ਤਾਂ ਉਦੋਂ ਕਿਹੜਾ ਡਾਕੂਮੈਂਟ ਉਸ ਨੂੰ ਅਲਾਓ ਕਰੇਗਾ। ਤਾਂ ਉਸ ਨੂੰ ਆਪਾਂ ਬੋਲਦੇ ਹਾਂ ਲਿਵਿੰਗ ਵਿਲ। ਕੁਐਸਚਨ ਨੰਬਰ 6, what is the current issue in nursing related to healthcare disparities and access to care। ਸਿਹਤ ਸੰਭਾਲ ਅਸਮਾਨਤਾਵਾਂ ਅਤੇ ਦੇਖਭਾਲ ਤੱਕ ਪਹੁੰਚ ਨਾਲ ਸੰਬੰਧਿਤ ਨਰਸਿੰਗ ਵਿੱਚ ਮੌਜੂਦਾ ਮੁੱਦਾ ਕੀ ਹੈ। ਤਾਂ ਇਸ ਦਾ ਆਨਸਰ ਆਏਗਾ ਆਪਸ਼ਨ ਸੀ, ਐਡਰੈਸਿੰਗ ਦਾ ਹੈਲਥ ਇਕੁਇਟੀ, ਸਿਹਤ ਇਕੁਇਟੀ ਨੂੰ ਸੰਬੋਧਨ ਕਰਨਾ ਤਾਂ ਕਿ ਬਰਾਬਰ ਸਾਰਿਆਂ ਨੂੰ
ਸਿਹਤ ਜਿਹੜੀ ਹੈਗੀ ਹੈ ਸਿਹਤ ਸੇਵਾਵਾਂ ਮਿਲ ਸਕਣ। ਠੀਕ ਹੈ, ਤਾਂ ਉਸਨੂੰ ਕਿਹਾ ਜਾਂਦਾ ਹੈ ਹੈਲਥ ਇਕੁਇਟੀ। ਹੈਲਥ ਇਕੁਇਟੀ ਤੋਂ ਭਾਵ ਹੁੰਦਾ ਹੈ ਕਿ ਜਿਹੜੀਆਂ ਵੀ ਸਿਹਤ ਸੇਵਾਵਾਂ ਹੈਗੀਆਂ ਨੇ ਉਹ ਸਾਰਿਆਂ ਲਈ ਹੋਣੀਆਂ ਚਾਹੀਦੀਆਂ ਹਨ। ਠੀਕ ਹੈ ਜੀ, ਤਾਂ ਇਹ ਇੱਕ ਬਹੁਤ ਵੱਡਾ ਕਰੰਟ ਇਸ਼ੂ ਹੈ ਨਰਸਿੰਗ ਦੇ ਵਿੱਚ। ਸੋ ਨੈਕਸਟ ਕੁਐਸਚਨ ਆਪਣਾ ਹੈ ਨਰਸਿੰਗ ਕੋਡ ਆਫ ਐਥਿਕਸ ਦਾ ਮੁੱਖ ਉਦੇਸ਼ ਕੀ ਹੈ। ਤਾਂ ਨਰਸਿੰਗ ਕੋਡ ਆਫ ਐਥਿਕਸ ਦਾ ਜਿਹੜਾ ਮੁੱਖ ਉਦੇਸ਼ ਹੈ ਉਹ ਹੈ ਆਪਸ਼ਨ ਸੀ, ਨੈਤਿਕ ਫੈਸਲੇ ਲੈਣ ਅਤੇ ਅਭਿਆਸ ਵਿੱਚ ਨਰਸਾਂ ਦੀ ਅਗਵਾਈ ਕਰਨਾ। ਠੀਕ ਹੈ ਜੀ, ਮੋਰਲ ਜਿਹੜੇ ਡਿਸੀਜ਼ਨਸ ਹੁੰਦੇ ਨੇ ਉਹ ਲੈਣੇ ਅਤੇ ਪ੍ਰੈਕਟਿਸ ਕਰਨ ਦੇ ਵਿੱਚ ਨਰਸਾਂ ਦੀ ਅਗਵਾਈ ਕਰਨ ਨੂੰ ਆਪਾਂ ਨਰਸਿੰਗ ਕੋਡ ਆਫ ਐਥਿਕਸ ਦਾ ਮੁੱਖ ਉਦੇਸ਼ ਮੰਨਦੇ ਹਾਂ। ਅਗਲਾ ਕੁਐਸਚਨ ਆਪਣਾ ਹੈਗਾ ਵਿਚ ਆਫ ਦਾ ਫੋਲੋਇੰਗ ਲੀਗਲ ਪ੍ਰਿੰਸੀਪਲ ਰਿਕੁਆਇਰਸ ਹੈਲਥ ਕੇਅਰ ਪ੍ਰੋਵਾਈਡਰ ਟੂ ਪ੍ਰੋਵਾਈਡ ਕੇਅਰ ਵਿਦਿਨ ਦਾ ਸਕੋਪ ਆਫ ਪ੍ਰੈਕਟਿਸ ਐਂਡ ਵਿਦ ਸਟੈਂਡਰਡ ਆਫ ਕੇਅਰ। ਮਤਲਬ ਕਿਹੜਾ ਕਾਨੂੰਨੀ ਸਿਧਾਂਤਾਂ ਵਿੱਚੋਂ ਇੱਕ ਅਜਿਹਾ ਸਿਧਾਂਤ ਹੈ ਜੋ ਹੈਲਥ ਕੇਅਰ ਪ੍ਰਦਾਤਾ ਨੂੰ ਆਪਣੇ ਅਭਿਆਸ ਦੇ ਦਾਇਰੇ ਅਤੇ ਦੇਖਭਾਲ ਦੇ ਮਿਆਰ ਨਾਲ ਦੇਖਭਾਲ ਪ੍ਰਦਾਨ ਕਰਨ ਦੇ ਲਈ ਮਤਲਬ ਆਪਾਂ ਕਹਿੰਦੇ ਹਾਂ ਜ਼ਿੰਮੇਵਾਰੀ ਅਹਿਸਾਸ ਕਰਵਾਉਂਦਾ ਹੈ। ਤਾਂ ਆਨਸਰ ਆਏਗਾ ਦੇਖਭਾਲ ਦਾ ਫਰਜ਼। ਠੀਕ ਹੈ ਜੀ, ਵੀ ਜਿਹੜਾ ਵੀ ਹੈਲਥ ਕੇਅਰ ਇੰਪਲਾਈ ਹੈ ਉਹਦੇ ਦਾਇਰੇ ਦੇ ਵਿੱਚ ਕੀ ਕੀ ਕੰਮ ਆਉਂਦਾ, ਕੀ ਕੀ ਰੋਲ ਆਉਂਦਾ, ਤਾਂ ਉਹ ਉਹੀ ਨਿਭਾਵੇ ਅਤੇ ਪ੍ਰੋਪਰ ਸਟੈਂਡਰਡ ਦੇ ਨਾਲ ਨਿਭਾਵੇ। ਠੀਕ ਹੈ ਜੀ, ਤਾਂ ਇਸ ਜਿਹਾ ਕਿਹੜਾ ਕਾਨੂੰਨੀ ਸਿਧਾਂਤ ਹੈਗਾ, ਤਾਂ ਆਨਸਰ ਆਏਗਾ ਡਿਊਟੀ ਆਫ ਕੇਅਰ, ਦੇਖਭਾਲ ਦਾ ਫਰਜ਼। ਕੁਐਸਚਨ ਨੰਬਰ 9, ਵਾਟ ਇਜ਼ ਦਾ ਪ੍ਰਾਇਮਰੀ ਗੋਲ ਆਫ ਨਰਸ ਸਟਾਫਿੰਗ ਰੇਸ਼ੋ ਇਨ ਹੈਲਥ ਕੇਅਰ ਸੈਟਿੰਗ। ਹੈਲਥ ਕੇਅਰ ਸੈਟਿੰਗ ਵਿੱਚ ਨਰਸਿੰਗ ਸਟਾਫ ਜੋ ਸਟਾਫਿੰਗ ਹੁੰਦਾ ਹੈ, ਜੋ ਸਟਾਫ ਹੁੰਦਾ ਹੈ, ਉਸ ਦੇ ਅਨੁਪਾਤ ਦਾ ਮੁੱਖ ਟੀਚਾ ਕੀ ਹੈ। ਤਾਂ ਇਸ ਦਾ ਆਨਸਰ ਆਏਗਾ ਮਰੀਜ਼ਾਂ ਦੀ ਸੁਰੱਖਿਆ ਅਤੇ ਦੇਖਭਾਲ ਦੀ ਗੁਣਵੱਤਾ ਵਿੱਚ ਸੁਧਾਰ ਕਰਨਾ। ਠੀਕ ਹੈ ਜੀ, ਮਤਲਬ ਰੇਸ਼ੋ ਕੀ ਹੁੰਦੀ ਹੈ, ਅਨੁਪਾਤ, ਵੀ ਕਿੰਨੇ ਮਰੀਜ਼ ਨੇ, ਕਿੰਨੇ ਮਰੀਜ਼ਾਂ ਦੇ ਕੇਅਰ ਦੇ ਲਈ ਕਿੰਨੀਆਂ ਨਰਸਿੰਗ ਸਟਾਫ ਦੀ ਜ਼ਰੂਰਤ ਹੈ, ਤਾਂ ਉਸ ਨੂੰ ਆਪਾਂ ਰੇਸ਼ੋ ਮੰਨਦੇ ਹਾਂ। ਅਨੁਪਾਤ ਮਤਲਬ ਮੰਨ ਲਓ ਆਪਾਂ ਕਹੀਏ ਵੀ 10 ਪੇਸ਼ੈਂਟ ਤੇ 1 ਨਰਸ ਹੋਵੇ। ਠੀਕ ਹੈ, ਤਾਂ ਇਹ ਹੋ ਗਈ ਰੇਸ਼ੋ 10:1, 10 ਪੇਸ਼ੈਂਟ 1 ਨਰਸ। ਤਾਂ ਇੱਥੇ ਇਹਨੂੰ ਕੀ ਕਹਾਂਗੇ ਆਪਾਂ, ਕਿਉਂ ਅਜਿਹਾ ਕਰਦੇ ਹਾਂ, ਰੇਸ਼ੋ ਨੂੰ, ਅਨੁਪਾਤ ਨੂੰ ਕਿਉਂ ਆਪਾਂ ਇੰਪੋਰਟੈਂਟ ਮੰਨਦੇ ਹਾਂ, ਤਾਂ ਕਿ ਮਰੀਜ਼ਾਂ ਦੀ ਜਿਹੜੀ ਸੁਰੱਖਿਆ ਹੈ, ਦੇਖਭਾਲ ਹੈ, ਉਸ ਦੇ ਵਿੱਚ ਸੁਧਾਰ ਹੋ ਸਕੇ। ਕੁਐਸਚਨ ਨੰਬਰ 10, ਅ ਨਰਸ ਇਜ਼ ਕੇਅਰਿੰਗ ਫॉर ਅ ਪੇਸ਼ੈਂਟ ਹੂ ਰਿਕੁਆਇਰ ਇਨਫੋਰਮੇਸ਼ਨ ਅਬਾਊਟ ਦੇਅਰ ਡਾਇਗਨੋਸਿਸ। The nurse know that physician hasn't discussed it with the patient yet. What should the nurse do? ਮਤਲਬ ਇੱਕ ਨਰਸ ਜਿਹੜੀ ਹੈ ਉਹ ਇੱਕ ਪੇਸ਼ੈਂਟ ਦੀ ਕੇਅਰ ਕਰ ਰਹੀ ਹੈ ਅਤੇ ਪੇਸ਼ੈਂਟ ਆਪਣੇ ਬਾਰੇ ਸੂਚਨਾ ਪ੍ਰਾਪਤ ਕਰਨਾ ਚਾਹੁੰਦਾ ਹੈ ਨਰਸ ਤੋਂ। ਠੀਕ ਹੈ, ਕਿ ਉਸ ਨੂੰ ਕੀ ਬਿਮਾਰੀ ਆਈ ਹੈ, ਕੀ ਉਸ ਦੀ ਜਾਂਚ ਹੋਈ ਹੈ, ਅਤੇ ਨਰਸ ਨੂੰ ਇਹ ਵੀ ਪਤਾ ਹੈ ਕਿ ਡਾਕਟਰ ਨੇ ਹਜੇ ਤੱਕ ਉਸ ਪੇਸ਼ੈਂਟ ਨੂੰ ਜਾਂਚ ਦੇ ਬਾਰੇ ਨਹੀਂ ਦੱਸਿਆ। ਤਾਂ ਇਸ ਕੇਸ ਵਿੱਚ ਨਰਸ ਨੂੰ ਕੀ ਕਰਨਾ ਚਾਹੀਦਾ ਹੈ। ਤਾਂ ਆਨਸਰ ਆਏਗਾ ਆਪਸ਼ਨ ਬੀ, ਪੋਲਾਈਟਲੀ ਰਿਫਿਊਜ਼, ਮਤਲਬ ਬਹੁਤ ਨਿਮਰਤਾ ਦੇ ਨਾਲ ਇਨਕਾਰ ਕਰਨਾ ਚਾਹੀਦਾ ਹੈ। ਐਂਡ ਐਕਸਪਲੇਨ ਦੈਟ ਫਿਜ਼ੀਸ਼ੀਅਨ ਵਿਲ ਡਿਸਕਸ ਦਾ ਡਾਇਗਨੋਸਿਸ, ਅਤੇ ਉਹ ਨਰਸ ਜਿਹੜੀ ਹੈ ਉਹ ਪੇਸ਼ੈਂਟ ਨੂੰ ਵਿਆਖਿਆ ਕਰਕੇ ਦੱਸ ਦੇਵੇ ਕਿ ਜੋ ਜਾਂਚ ਹੈ ਉਹ ਡਾਕਟਰ ਹੀ ਤੁਹਾਡੇ ਨਾਲ ਡਿਸਕਸ ਕਰੇਗਾ, ਅਸੀਂ ਡਿਸਕਸ ਨਹੀਂ ਕਰ ਸਕਦੇ। ਕੁਐਸਚਨ ਨੰਬਰ 11, ਵਿਚ ਫੈਡਰਲ ਲਾਅ ਪ੍ਰੋਟੈਕਟ ਦਾ ਪੇਸ਼ੈਂਟ ਹੈਲਥ ਇਨਫੋਰਮੇਸ਼ਨ ਐਂਡ ਆਊਟਲਾਈਨ ਰੂਲਸ ਫॉर ਇਟਸ ਯੂਜ਼ ਐਂਡ ਡਿਸਕਲੋਜ਼ਰ। ਕਿਹੜਾ ਅਜਿਹਾ ਕਾਨੂੰਨ ਮਰੀਜ਼ ਦੀ ਸਿਹਤ ਜਾਣਕਾਰੀ ਦੀ ਰੱਖਿਆ ਕਰਦਾ ਹੈ ਅਤੇ ਇਸ ਦੀ ਵਰਤੋਂ ਅਤੇ ਖੁਲਾਸੇ ਦੀ ਨਿਯਮਾਂ ਦੀ ਰੂਪਰੇਖਾ ਬਣਾਉਂਦਾ ਹੈ। ਤਾਂ ਆਨਸਰ ਆਏਗਾ ਹੈਲਥ ਇੰਸ਼ੋਰੈਂਸ ਪੋਰਟੇਬਿਲਿਟੀ ਐਂਡ ਜਵਾਬਦੇਹੀ ਐਕਟ, ਹਿੱਪਾ। ਇਸ ਨੂੰ ਹਿੱਪਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਤਾਂ ਇੱਕ ਅਜਿਹਾ ਐਕਟ ਹੈ ਜਿਸ ਦੇ ਅਧੀਨ ਕਿਸੇ ਵੀ ਮਰੀਜ਼ ਦੇ ਜਾਂਚ ਦੇ ਬਾਰੇ ਜੋ ਵੀ ਉਸਦੇ ਕੋਈ ਰਿਪੋਰਟਸ ਨੇ, ਕੋਈ ਟੈਸਟ ਨੇ, ਉਸ ਨੂੰ ਡਿਸਕਲੋਜ਼ ਨਹੀਂ ਕੀਤਾ ਜਾ ਸਕਦਾ, ਯਾਨੀ ਕਿ ਉਸ ਦਾ ਖੁਲਾਸਾ ਕਿਸੇ ਹੋਰ ਦੇ ਅੱਗੇ ਨਹੀਂ ਕੀਤਾ ਜਾ ਸਕਦਾ। ਠੀਕ ਹੈ, ਇਹ ਪੇਸ਼ੈਂਟ ਦੀ ਗੋਪਨੀਯਤਾ ਯਾਨੀ ਕਿ ਕੌਨਫੀਡੈਂਸ਼ੀਅਲਿਟੀ ਬਣਾਈ ਰੱਖਣ ਦੇ ਲਈ ਬਹੁਤ ਜ਼ਰੂਰੀ ਕਾਨੂੰਨ ਹੈ। ਸੋ ਇਸ ਦਾ ਨਾਮ ਹੈ ਹੈਲਥ ਇੰਸ਼ੋਰੈਂਸ ਪੋਰਟੇਬਿਲਿਟੀ ਐਂਡ ਅਕਾਊਂਟੇਬਿਲਿਟੀ ਐਕਟ, ਇਹ ਹਿੱਪਾ। ਤਾਂ ਇਸ ਦੀ ਫੁੱਲ ਫਾਰਮ ਵੀ ਐਗਜ਼ਾਮ 'ਚ ਪੁੱਛੀ ਜਾ ਸਕਦੀ ਹੈ। ਅਗਲਾ ਕੁਐਸਚਨ ਹੈਗਾ ਵਾਟ ਇਜ਼ ਦਾ ਮੇਜਰ ਕੰਸਰਨ ਇਨ ਦਾ ਫੀਲਡ ਆਫ ਨਰਸਿੰਗ ਰਿਲੇਟਡ ਟੂ ਏਜਿੰਗ ਪੋਪੂਲੇਸ਼ਨ। ਇਹ ਆਲਰੇਡੀ ਕੁਐਸਚਨ ਰਿਪੀਟ ਹੋ ਚੁੱਕਿਆ ਹੈਗਾ। ਤਾਂ ਇਸ ਦਾ ਆਨਸਰ ਮੈਂ ਤੁਹਾਨੂੰ ਦੱਸਿਆ ਸੀਗਾ ਆਪਸ਼ਨ ਸੀ। ਠੀਕ ਹੈ, ਬਟ ਇੱਥੇ ਥੋੜ੍ਹਾ ਜਿਹਾ ਆਨਸਰ ਮੋਲਡ ਹੈ। ਤਾਂ ਇੱਥੇ ਆਪਸ਼ਨ ਸੀ ਦੇ ਵਿੱਚ ਕੀ ਹੈ, ਲੈਕ ਆਫ ਜੈਰੀਆਟ੍ਰਿਕ ਨਰਸਿੰਗ ਪ੍ਰੋਫੈਸ਼ਨਲ, ਮਤਲਬ ਅਜਿਹੀਆਂ ਨਰਸਾਂ ਦੀ ਕਮੀ ਹੈ ਜਿਨ੍ਹਾਂ ਨੂੰ ਪ੍ਰੋਪਰ ਇਹ ਕੁਸ਼ਲਤਾ ਹੋਵੇ, ਮਾਹਿਰਤਾ ਹੋਵੇ ਕਿ ਉਹ ਸਿਰਫ ਜਿਹੜੇ ਬਜ਼ੁਰਗ ਪੇਸ਼ੈਂਟ ਨੇ ਉਹਨਾਂ ਦੀ ਹੈਲਥ ਕੇਅਰ ਕਰ ਸਕਣ। ਠੀਕ ਹੈ ਜੀ, ਇੱਕ ਸਪੈਸ਼ਲਿਟੀ ਹੁੰਦੀ ਹੈ, ਮਤਲਬ ਹਰ ਨਰਸ ਦੀ ਇੱਕ ਸਪੈਸ਼ਲਿਟੀ, ਕੋਈ ਗਾਇਨੀ ਦੇ ਵਿੱਚ ਸਪੈਸ਼ਲਿਸਟ ਹੈ, ਕੋਈ ਪੀਡੀਆਟ੍ਰਿਕ ਦੇ ਵਿੱਚ ਸਪੈਸ਼ਲਿਸਟ ਹੈ, ਯਾਨੀ ਕਿ ਬੱਚਿਆਂ ਦੇ ਵਿਭਾਗ ਵਿੱਚ। ਤਾਂ ਇਸ ਤਰ੍ਹਾਂ ਜਿਹੜਾ ਜੈਰੀਆਟ੍ਰਿਕ ਵਿਭਾਗ ਹੁੰਦਾ ਹੈ ਉਹ ਹੁੰਦਾ ਬਜ਼ੁਰਗਾਂ ਦੀ ਦੇਖ ਰੇਖ। ਤਾਂ ਬਜ਼ੁਰਗਾਂ ਦੀ ਦੇਖ ਰੇਖ ਦੇ ਲਈ ਐਕਸਪਰਟ ਜਿਹੜੀ ਨਰਸਿਸ ਦੀ ਕਮੀ ਹੈ ਆਪਣੇ ਕੋਲ।
ਤਾਂ ਇਹ ਇੱਕ ਬਹੁਤ ਵੱਡਾ ਚੈਲੰਜ ਹੈ ਏਜਿੰਗ ਪਾਪੂਲੇਸ਼ਨ ਦੀ ਦੇਖਭਾਲ ਦੇ ਲਈ। ਸੋ ਇਹ ਸਨ 12 ਬਹੁਤ ਹੀ ਇੰਪੋਰਟੈਂਟ ਕੁਐਸਚਨ ਅਤੇ ਉਹਨਾਂ ਦੇ ਆਨਸਰ ਰਿਲੇਟਡ ਟੂ ਦਾ ਨਰਸਿੰਗ ਐਥਿਕਸ, ਜਿਨ੍ਹਾਂ ਦੀ ਬਹੁਤ ਜ਼ਿਆਦਾ ਸੰਭਾਵਨਾ ਪੇਪਰ ਦੇ ਵਿੱਚ ਪੁੱਛੇ ਜਾਣ ਦੀ। ਸੋ ਬਿਹਤਰੀਨ ਸਟੱਡੀ ਮਟੀਰੀਅਲ ਤੁਸੀਂ ਮੇਰੇ ਐਪ OCDC ਐਜੂ ਪੁਆਇੰਟ ਦੇ ਉੱਪਰ ਪਰਚੇਜ਼ ਕਰ ਸਕਦੇ ਹੋ, GNM ਦੇ ਲਈ ਵੀ, MPHW ENM ਦੇ ਲਈ ਵੀ। ਤਾਂ ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ 98763 71788 ਦੇ ਉੱਪਰ। ਤੇ ਇਹ ਵੀਡੀਓ ਬਾਕੀ ਨਾਲ ਵੀ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲੋ, ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਸੋ थैंक यू, थैंक्स फॉर वॉचिंग। कोई भी सपना साकार करने के लिए सबसे जरूरी है सही कोच का होना। चुनिए OCDC एडू पॉइंट को और करें अपनी मेडिकल एंड गवर्नमेंट जॉब एग्जाम्स का सपना साकार। डाउनलोड द ऐप नाउ।